ਬੁੱਢਾ ਸਾਹਿਬ ਦੀਆਂ ਅੱਗੋਂ ਹੋ ਨਮਸਕਾਰ ਕੀਤੀ ਹੈ। ਕਰਸ਼ ਪਰਸ਼ ਕਰ ਥਿਰਿਓ ਅਗਾਰੀ। ਔਰ ਮਹਾਰਾਜ ਦੇ ਚਰਨਾਂ ਨੂੰ ਸਪਰਸ਼ ਕੀਤਾ ਅੱਗੇ ਹੋ ਕਰਕੇ। ਸ਼ੁਭ ਤਨ ਹਾਥ ਸਮਾਧ ਵਿਰਾਮ। ਜਦੋਂ ਹੀ ਬਾਬਾ ਬੁੱਢਾ ਸਾਹਿਬ ਦੀਆਂ ਮਹਾਰਾਜ ਦੇ ਚਰਨਾਂ ਨੂੰ ਹੱਥ ਲਾਇਆ ਤੇ ਗਰੀਬ ਨਵਾਜ ਸਮਾਧੀ ਤੋਂ ਉਥਾਨ ਹੋਏ ਆ। ਖੁੱਲੀ ਹੈ ਸਮਾਧੀ। ਖੁੱਲੇ ਬਿਲੋਚਨ ਕਿਰਪਾ ਸੁਧਾਮ। ਗੁਰੂ ਅਮਰਦਾਸ ਕਿਰਪਾ ਦੇ ਖਜ਼ਾਨੇ ਸਤਿਗੁਰਾਂ ਦੇ ਨੇਤਰ ਖੁੱਲੇ ਐ। ਦੇਖ ਬ੍ਰਿਧ ਕੋ ਬਾਕ ਉਚਾਰਾ। ਤੇ ਮਹਾਰਾਜ ਜੀਆਂ ਸਾਹਮਣੇ ਜਦੋਂ ਬਾਬਾ ਬੁੱਢਾ ਸਾਹਿਬ ਦੀਆਂ ਨੂੰ ਖੜੇ ਵੇਖਿਆ ਹੈ ਤੇ ਧੰਨ ਗੁਰੂ ਅਮਰਦਾਸ ਜੀ ਮੁਖੋਂ ਬੋਲੇ ਆ। ਕਿਮ ਤੈ ਟਾਰਿਓ ਹੁਕਮ ਹਮਾਰਾ। ਕਹਿੰਦੇ ਬਾਬਾ ਜੀ ਤੁਸੀਂ ਕਿਉਂ ਸਾਡਾ ਹੁਕਮ ਨਹੀਂ ਮੰਨ ਸਕਦੇ? ਸਾਡਾ ਹੁਕਮ ਤੁਸੀਂ ਕਿਉਂ ਟਾਲਿਆ ਹੈ? ਬੂਹਾ ਦਰਵਾਜ਼ਾ ਖੋਲਣ ਵਾਲਾ। ਸ਼੍ਰੀ ਗੁਰੂ ਹਮ ਨਹਿ ਆਏ ਸਟਾਰੀ। ਬਾਬਾ ਬੁੱਢਾ ਸਾਹਿਬ ਜੀ ਹੱਥ ਜੋੜ ਕੇ ਕਹਿੰਦੇ ਮਹਾਰਾਜ ਅਸੀਂ ਨਹੀਂ ਜੇ ਤੁਹਾਡੀ ਜਿਹੜੀ ਹੈ ਉਹ ਆਗਿਆ ਟਾਲੀ। ਅਸੀਂ ਨਹੀਂ ਤੁਹਾਡਾ ਹੁਕਮ ਮੋੜਿਆ ਤੋੜਿਆ ਹੈ। ਤਾਜਦਾਰ ਫੋਰਿਓ ਦਵਾਰ ਪਿਸ਼ਾਰੀ। ਮਹਾਰਾਜ ਅਸੀਂ ਤਾਂ ਦਰਵਾਜ਼ੇ ਨੂੰ ਹੱਥ ਵੀ ਨਹੀਂ ਲਾਇਆ। ਅਸੀਂ ਤਾਂ ਉਹ ਵੇਖੋ ਤੁਹਾਡੇ ਮਗਰਲੇ ਪਾਸੇ ਕਮਰੇ ਨੂੰ ਸੰਨ ਲਾ ਲਿਆ ਹੈ। ਸਭ ਸਿੱਖਿਆਨ ਮਨ ਵਿਆਕੁਲ ਹੀਰਾ। ਕਿਉਂਕਿ ਮਹਾਰਾਜ ਅਸੀਂ ਸਾਰੇ ਸਿੱਖਾਂ ਦਾ ਤੁਹਾਡੇ ਦਰਸ਼ਨਾਂ ਬਿਨਾ ਮਨ ਬਹੁਤ ਦੁਖੀ ਵੇਖਿਆ। ਦਰਸ਼ਨ ਤੋਂ ਬਿਨਾ ਸਿੱਖ ਬਹੁਤ ਦੁਖੀ ਸਨ। ਦੁਰੇ ਆਪ ਕਰ ਜਗਤ ਅੰਧੇਰਾ। ਤੇ ਮਹਾਰਾਜ ਤੁਸੀਂ ਵੀ ਵੇਖੋ ਕੀ ਕੀਤਾ। ਸੂਰਜ ਵੱਤ ਹੋ ਤੇ ਸੰਸਾਰ ਵਿੱਚ ਹਨੇਰਾ ਕਰਕੇ ਤੇ ਆਪ ਇੱਥੇ ਛੁਪੇ ਹੋਏ ਹੋ। ਸਾਰੇ ਸੰਸਾਰ ਵਿੱਚ ਹਨੇਰਾ ਛਾ ਰਿਹਾ। ਜੇ ਸੋ ਚੰਦਾ ਊਗਵੈ ਸੂਰਜ ਚੜ੍ਹੈ ਹਜ਼ਾਰ। ਇਹ ਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਆਪ ਮਹਾਰਾਜ ਸਾਰੇ ਪਾਸੇ ਹਨੇਰਾ ਕਰਕੇ ਤੇ ਆਪ ਇੱਥੇ ਛੁਪੇ ਬੈਠੇ ਹੋ। ਇਹ ਬਿਧ ਕਿਆ ਕਰ ਬਨਹਿ ਗੁਸਾਈ। ਇਹ ਸੁਆਮੀ ਮਾਲਕ ਜੀਆ ਵਿਧੀ ਭਲਾ ਤੁਹਾਨੂੰ ਕਿਵੇਂ ਬਣ ਆਉਂਦੀ ਹੈ? ਕਿਵੇਂ ਚੰਗੀ ਲੱਗੀ ਹੈ? ਛਪਹਾ ਆਪ ਸੰਗਤ ਦੁਖ ਪਾਈ। ਤੇ ਤੁਸੀਂ ਛੁਪ ਬੈਠੇ ਹੋ ਤੇ ਸੰਗਤ ਵਿਚਾਰੀ ਦੁਖੀ ਹੋ ਰਹੀ ਹੈ। ਸਰਬ ਸ਼ਕਤ ਜੁਤ ਸਮਰਥ ਪੂਰਨ। ਕਿਉਂਕਿ ਮਹਾਰਾਜ ਤੁਸੀਂ ਸਾਰੀਆਂ ਸ਼ਕਤੀਆਂ ਕਰਕੇ ਸਮਰੱਥ ਪੂਰੇ ਹੋ। ਚਾਹ ਜੇ ਚਿਤ ਮਹਿ ਕਰਹਾ ਤੂਰਨ। ਤੁਸੀਂ ਮਹਾਰਾਜ ਕੀ ਨਹੀਂ ਕਰ ਸਕਦੇ? ਜੋ ਤੁਸੀਂ ਚਾਹੋ ਤਤ ਛਿਣ ਹੀ ਉਹੀ ਕਾਰਜ ਕਰ ਸਕਦੇ ਹੋ। ਕਿਉਂਕਿ ਆਪ ਜੀ ਮਹਾਰਾਜ ਸਰਬ ਕਲਾ ਸਮਰੱਥ ਹੋ। ਤੀਨ ਲੋਕ ਪਰ ਹੁਕਮ ਤੁਮਾਰਾ। ਤੇ ਤਿੰਨਾਂ ਲੋਕਾਂ ਦੇ ਵਿੱਚ ਮਹਾਰਾਜ ਜੀ ਸੁਰਗ ਮੱਛ ਪਿਆਲ ਸਭ ਪਾਸੇ ਤੁਹਾਡਾ ਹੀ ਹੁਕਮ ਚੱਲਦਾ ਹੈ। ਬੈਠਾ ਤੁਮ ਕਿਸ ਤੇ ਡਰ ਧਾਰਾ। ਤੁਸੀਂ ਮਹਾਰਾਜ ਇੱਥੇ ਕਿਹਦਾ ਡਰ ਰੱਖ ਕੇ ਬੈਠੇ ਹੋਏ ਹੋ? ਤੁਸੀਂ ਤਾਂ ਪਰਮੇਸ਼ਰ ਹੋ ਤੇ ਤੁਹਾਨੂੰ ਕਿਹਦਾ ਡਰ ਹੈ? ਤੁਸੀਂ ਕਿਸ ਦਾ ਡਰ ਰੱਖ ਕੇ ਬੈਠੇ ਹੋ? ਨਿਕਸਹ ਬਹਿਰ ਦਿਖਾਵਹ ਦਰਸ਼ਨ। ਚਲੋ ਮਹਾਰਾਜ ਬਾਹਰ ਆਓ ਇਸ ਕਮਰੇ ਚੋਂ ਤੇ ਸਾਰੇ ਸੰਸਾਰ ਨੂੰ ਜਗਤ ਨੂੰ ਸੰਗਤਾਂ ਨੂੰ ਦਰਸ਼ਨ ਦੇ ਕੇ ਨਿਹਾਲ ਕਰੋ। ਕਰ ਹੈ ਸੰਗਤ ਪਾਇਨ ਪਰਸਨ। ਤੇ ਤਾਂ ਕਿ ਸਾਰੀ ਸੰਗਤ ਤੁਹਾਡੇ ਚਰਨਾਂ ਨੂੰ ਪਰਸ ਸਕੇ। ਤੁਹਾਡੇ ਚਰਨਾਂ ਦੇ ਮੱਥੇ ਟੇਕ ਕੇ ਚਰਨਾਂ ਨੂੰ ਸਪਰਸ਼ ਕਰੇ। ਸ਼੍ਰੀ ਅੰਗਦ ਕੀ ਸਿਮਰਹ ਸਿੱਖਿਆ। ਤੇ ਇਉਂ ਜਿਹੜੇ ਸ਼੍ਰੀ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਦੀ ਸਿੱਖਿਆ ਹੈ ਉਹ ਸਿਮਰੋ ਯਾਦ ਕਰੋ ਤੇ ਕਰਵਾਓ ਜੀ। ਨਾਮ ਜਪਾਏ ਕਰਹਾ ਸਿੱਖ ਰੱਖਿਆ। ਕਿਉਂਕਿ ਤੁਹਾਨੂੰ ਯਾਦ ਕਰੋ ਨਾ ਗੁਰੂ ਅੰਗਦ ਪਾਤਸ਼ਾਹ ਜੀਆਂ ਨੇ ਆਖਿਆ ਸੀ ਨਾ ਵੀ ਨਾਮ ਜਪਾ ਜਪਾ ਕੇ ਅਮਰਦਾਸ ਜੀ ਸਿੱਖਾਂ ਦੀ ਰੱਖਿਆ ਤੁਸੀਂ ਕਰਨੀ ਹੈ। ਅਸੀਂ ਸਾਰੇ ਸਿੱਖਾਂ ਸੰਗਤਾਂ ਨੂੰ ਤੁਹਾਡੇ ਲੜ ਲਾ ਕੇ ਚੱਲੇ ਆ। ਤੇ ਹੇ ਗੁਰੂ ਅਮਰਦਾਸ ਜੀ ਮਹਾਰਾਜ ਉਹ ਬਚਨ ਜਰਾ ਕਰੋ ਹਾਂ ਯਾਦ ਗੁਰੂ ਅੰਗਦ ਪਾਤਸ਼ਾਹ ਜੀ ਦਾ। ਸੁਣਤ ਭਏ ਸ਼੍ਰੀ ਅਮਰ ਪ੍ਰਸੰਨ। ਸੁਣ ਕੇ ਬਾਬਾ ਬੁੱਢਾ ਸਾਹਿਬ ਜੀ ਤੋਂ ਸਾਧ ਸੰਗਤ ਜੀ ਤੇ ਗੁਰੂ ਅਮਰਦਾਸ ਜੀ ਖੁਸ਼ ਹੋਏ ਹੱਸੇ ਹਨ। ਕਹਿਓ ਬ੍ਰਿਧ ਕੋ ਤੁਮ ਬਹੁ ਧੰਨ। ਤੇ ਗੁਰੂ ਅਮਰਦਾਸ ਜੀ ਕਹਿੰਦੇ ਆ ਬਾਬਾ ਬੁੱਢਾ ਜੀ ਤੁਸੀਂ ਤਾਂ ਸੱਚਮੁੱਚ ਹੀ ਧੰਨ ਹੋ ਧੰਨ ਹੋ ਧੰਨ ਹੋ। ਤੁਹਾਡੇ ਵਰਗਾ ਕੋਈ ਨਹੀਂ ਹੋ ਸਕਦਾ। ਪਰ ਉਪਕਾਰ ਹੇਤ ਸਭ ਕਰਿਓ। ਕਿਉਂਕਿ ਤੁਸੀਂ ਜਿਹੜਾ ਇਹ ਕਾਰਜ ਕੀਤਾ ਹੈ ਨਾ ਪਿੱਛੋਂ ਦੀ ਸੰਨ ਕੰਧ ਨੂੰ ਲਾ ਕੇ ਅੰਦਰ ਵੜੇ ਹੋ। ਇਹ ਪਰਉਪਕਾਰ ਕਰਨ ਵਾਸਤੇ ਵੀ ਸੰਗਤਾਂ ਨੂੰ ਦਰਸ਼ਨ ਕਰਵਾ ਦੀ ਪ੍ਰੇਮ ਕਰਕੇ ਕੀਤਾ ਹੈ। ਸਿੱਖੀ ਕੋ ਸਤੰਭ ਹਵੈ ਥਿਰਿਓ। ਤੇ ਤੁਸੀਂ ਸਿੱਖੀ ਦਾ ਸਤੰਭ ਹੋ। ਇਹ ਸਾਰੀ ਸਿੱਖੀ ਦਾ ਸਤੰਭ ਹੋ ਟਿਕੇ ਹੋ। ਮਤ ਸਰ ਪਾਵਕ ਜਵਲਤ ਮਹਾਨਾ। ਪਰ ਗੱਲ ਇਹ ਹੈ ਕਿ ਆਪ ਸਿੱਖੀ ਦਾ ਆਸਰਾ ਹੋ ਬਾਬਾ ਜੀ। ਤੇ ਦੂਜੀ ਗੱਲ ਬਾਬਾ ਬੁੱਢਾ ਸਾਹਿਬ ਜੀ ਇਹ ਹੈ ਵੀ ਜਿਹੜਾ ਸੰਸਾਰ ਹੈ ਨਾ ਤੁਸੀਂ ਪੁੱਛਦੇ ਹੋ ਵੀ ਇੱਥੇ ਕਿਉਂ ਬੈਠੇ ਹੋ। ਇਹ ਸੰਸਾਰ ਜਿਹੜਾ ਹੈ ਨਾ ਇਹ ਈਰਖਾ ਦੀ ਅੱਗ ਵਿੱਚ ਸੜ ਰਿਹਾ। ਸਾਰਾ ਸੰਸਾਰ ਈਰਖਾ ਦੀ ਅੱਗ ਦੇ ਨਾਲ ਲਟ ਲਟ ਮਚ ਰਿਹਾ ਹੈ। ਈਂਧਣ ਧੀਰਜ ਗਿਆਨ ਰੂਪ ਧਿਆਨਾ। ਤੇ ਅੱਗ ਬਲਦੀ ਜਦੋਂ ਤੇ ਸੜਦਾ ਕੀ ਹੈ? ਲੱਕੜ ਸੜਦੀ ਹੈ।
ਉਵੇਂ ਜਿਵੇਂ ਸੰਸਾਰ ਨੂੰ ਅੱਗ ਲੱਗੀ ਲੱਕੜਾਂ ਕਿਹੜੀਆਂ? ਧੀਰਜ। ਕਿਸੇ ਦੇ ਕੋਲ ਧੀਰਜ ਨਹੀਂ ਰਿਹਾ। ਧੀਰਜ ਲੱਕੜਾਂ ਬਣ, ਜਿਵੇਂ ਲੱਕੜਾਂ ਸੜਦੀਆਂ ਅੱਗ ਵਿੱਚ, ਧੀਰਜ ਲਟਾ ਲਟ ਇਸ ਈਰਖਾ ਦੀ ਅੱਗ ਵਿੱਚ ਧੀਰਜ ਸੜੀ ਜਾਂਦਾ ਹੈ। ਗਿਆਨ ਅਰ ਧਿਆਨ, ਨਾ ਤਾਂ ਗਿਆਨ ਰਹਿ ਗਿਆ ਕਿਸੇ ਦੇ ਪਾਸ ਤੇ ਨਾ ਹੀ ਕੋਈ ਧਿਆਨ। ਇਹ ਈਰਖਾ ਨਾ ਜਿਹੜੀ ਬਾਬਾ ਜੀ, ਇਹਨੇ ਗਿਆਨ ਤੇ ਧਿਆਨ ਤੇ ਧੀਰਜ ਨੂੰ ਸਾੜ ਕੇ ਰੱਖ ਦਿੱਤਾ ਹੈ, ਸੜੀ ਜਾ ਰਿਹਾ। ਧੀਰਜ, ਗਿਆਨ, ਧਿਆਨ ਸਭ ਤਹਿਸ ਨਹਿਸ ਸੁਆਹ ਹੋ ਗਿਆ ਜੀਵਾਂ ਦੇ ਅੰਦਰੋਂ। ਵਿਸ਼ਤਾਸ਼ਨੀ ਆਸ ਦੁਖਦਾਈ। ਬਾਕੀ ਜਿਹੜੀ ਆਸਾ ਰੂਪੀ ਡੈਣ ਹੈ ਨਾ, ਇਹ ਵੀ ਬੜੀ ਦੁਖਦਾਈ ਹੈ, ਬਹੁਤ ਦੁੱਖ ਦੇਣ ਵਾਲੀ ਹੈ। ਪੁਰਹਨ ਰਾਜ ਤ੍ਰਿਲੋਕੀ ਪਾਈ। ਭਾਵੇਂ ਇਹ ਆਸਾ ਰੂਪੀ ਡੈਣ ਨੂੰ ਤਿੰਨਾਂ ਲੋਕਾਂ ਦਾ ਰਾਜ ਵੀ ਮਿਲ ਗਿਆ ਹੈ, ਤਿੰਨਾਂ ਲੋਕਾਂ ਦਾ ਰਾਜ ਵੀ ਪ੍ਰਾਪਤ ਕਰ ਲਵੇ, ਪਰ ਪੁਰਹੈਨਾ ਇਹ ਰੱਜਦੀ ਨਹੀਂ। ਆਸਾ ਸਾਧ ਸੰਗਤ ਜੀ ਕਿਤੇ ਰੱਜਦੀ ਹੈ, ਜਿੰਨਾ ਮਰਜੀ ਰਾਜ ਪ੍ਰਾਪਤ ਕਰ ਲਵੇ। ਤ੍ਰਿਸ਼ਨਾ ਵਿਰਲੇ ਹੀ ਕੀ ਬੁਝੀ ਹੈ, ਕਿਹਦੀ ਬੁਝੀ ਤ੍ਰਿਸ਼ਨਾ ਖਾਲਸਾ ਜੀ? ਕਿਸੇ ਦੀ ਨਹੀਂ। ਤੋ ਹੋਰ 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 ਇਹ ਆਸਾ ਇਹੋ ਜੀ ਹੈ। ਮਹਾਰਾਜ ਕਹਿੰਦੇ ਬਾਬਾ ਜੀ, ਆਸਾ ਰੂਪੀ ਡੈਣ ਨੂੰ ਭਾਵੇਂ ਤਰਲੋਕੀ ਦਾ ਵੀ ਰਾਜ ਮਿਲ ਜਾਏ, ਪਰ ਇਹਦਾ ਢਿੱਡ ਨਹੀਂ ਭਰਦਾ, ਇਹ ਨਾ ਰੱਜੀ ਕਦੇ ਵੀ। ਬ੍ਰਹਮਾਦਿਕ ਜਿਨ ਜੀਤੇ ਸਾਰੇ। ਜਿਹੜੀ ਆਸਾ ਰੂਪੀ ਡੈਣ ਨੇ ਬ੍ਰਹਮਾ ਤੋਂ ਲੈ ਕੇ ਵੱਡੇ ਵੱਡੇ ਦੇਵਤੇ ਵੀ ਜਿੱਤ ਲਏ ਆ। ਕਲਯੁਗ ਕੇ ਨਰਕਾਨ ਵਿਚਾਰੇ। ਤੇ ਫਿਰ ਆ ਕਲਯੁਗ ਦੇ ਵਿਚਾਰੇ ਮਨੁੱਖ ਕੀ ਹੈ? ਜਿਹੜੀ ਆਸਾ ਰੂਪੀ ਡੈਣ ਨੇ ਵੱਡੇ ਵੱਡੇ ਦੇਵੀ ਦੇਵਤੇ ਨਾ ਛੱਡੇ, ਉਹਨਾਂ ਨੂੰ ਵੀ ਆਸ ਨੇ ਜਿੱਤ ਛੱਡਿਆ। ਤੇ ਫਿਰ ਆ ਕਲਯੁਗ ਦੇ ਸਧਾਰਨ ਮਨੁੱਖ ਦੀ ਕੀ ਔਕਾਤ ਹੈ? ਇਹ ਤਾਂ ਬੜੇ ਗਰਸੇ ਹੋਏ ਆ। ਮੋਹ ਸੈਨ ਕੋ ਜੋਰ ਮਹਾਨਾ। ਜਿਹੜੀ ਮੋਹ ਦੀ ਸੈਨਾ ਹੈ ਨਾ, ਇਹਦਾ ਬੜਾ ਭਾਰੀ ਜ਼ੋਰ ਹੈ ਕਲਯੁਗ ਦੇ ਅੰਦਰ। ਜਹ ਕਹਿ ਸਤਿਗੁਣ ਕੀ ਕਰਹਾਨਾ। ਤੇ ਜਿੱਥੇ ਕਿੱਥੇ ਸਤਿਗੁਣ ਰਹਿੰਦਾ ਉਹਦਾ ਹਾਣ ਕਰ ਰਿਹਾ। ਮੋਹ ਦੀ ਜਿਹੜੀ ਸੈਨਾ ਕੀ ਹੈ ਖਾਲਸਾ ਜੀ? ਕਾਮ, ਕ੍ਰੋਧ, ਲੋਭ, ਇਹ ਫੌਜਦਾਰ ਹੈ। ਈਰਖਾ, ਧੋਖਾ, ਚੋਰੀ, ਯਾਰੀ, ਠੱਗੀ, ਦਵੈਸ਼, ਝੂਠ, ਕਪਟ, ਛਲ, ਇਹ ਸਾਰੇ ਜਿਹੜੇ ਆ ਇਹਦੀ ਫੌਜ ਦੇ। ਕਿੰਨੀ ਫੌਜ ਹੈ ਮੋਹ ਦੇ ਕੋਲੇ? ਮਾਰੇ ਕਹਿੰਦੇ ਬਾਬਾ ਜੀ, ਮੋਹ ਦੀ ਫੌਜ ਨੇ ਸਤਿਗੁਣ ਜਿਹੜੇ ਹੁੰਦੇ ਨਾ, ਸਤ, ਸੰਤੋਖ, ਦਇਆ, ਧਰਮ, ਵਿਚਾਰ, ਧੀਰਜ, ਵਿਵੇਕ, ਏਕਤਾ, ਸਹਿਜ, ਇਤਫਾਕ, ਕਰੁਣਾ, ਮੁਦਤਾ, ਮੈਤਰੀ, ਅਪੇਕਸ਼ਾ, ਇਹ ਸਾਰੇ ਸਤਿਗੁਣਾਂ ਨੂੰ ਮਾਰ ਦਿੱਤਾ ਹੈ। ਜਿੱਥੇ ਵੀ ਮੋਹ ਜਾਂਦਾ ਹੈ ਨਾ ਸੈਨਾ ਲੈ ਕੇ, ਕਿਸੇ ਦੇ ਕੋਲ ਸਤਿਗੁਣ ਨਹੀਂ ਰਹਿਣ ਦਿੰਦਾ ਹੈ। ਬਹੁ ਕੁ ਚਾਲ ਕਲ ਕਾਲ ਬਿਥਾਰੀ। ਤੇ ਕਲਯੁਗ ਦੇ ਵਿੱਚ ਬਹੁਤੀ ਜਿਹੜੀ ਖੋਟੀ ਚਾਲ ਬਿਥਰ ਰਹੀ, ਚਾਰੇ ਪਾਸੇ ਫੈਲ ਰਹੀ ਹੈ। ਪੰਡਿਤ ਮੂਢਣ ਸਭ ਉਰ ਧਾਰੀ। ਤੇ ਪੰਡਤ ਜਿਹੜੇ ਵਾ, ਕੋਈ ਵਿਦਵਾਨ ਜਾਂ ਕੋਈ ਬਹੁਤੇ ਪੜ੍ਹੇ ਲਿਖੇ ਵੀ ਜਾਣੂ ਲੋਕ ਵੀ ਹੈ, ਚਾਹੇ ਉਹ ਕੋਈ ਮੂਰਖ ਹੈ, ਮੂਰਖ ਤੇ ਪੰਡਤ ਇੱਕੋ ਜਿਹੇ ਬਣਾ ਦਿੱਤੇ। ਸਾਰੇ ਹਿਰਦੇ ਵਿੱਚ ਇਹਨੂੰ ਧਾਰੀ ਫਿਰਦੇ ਆ। ਪੰਡਤ ਜਾਂ ਪੜ੍ਹੇ ਲਿਖੇ ਜਾਂ ਕੋਈ ਸਿਆਣੇ ਜਿਹੜੇ ਵਾ, ਉਹ ਤੇ ਮੂਰਖ ਵੀ ਇੱਕੋ ਜਿਹੇ ਆ। ਜਿਹੜੇ ਕੰਮ ਮੂਰਖ ਕਰਦੇ ਆ ਉਹੀ ਪੜ੍ਹੇ ਲਿਖੇ ਜਾਂ ਕੋਈ ਸਿਆਣੇ ਜਾਣੂ ਲੋਕ ਕਰੀ ਜਾਂਦੇ ਆ। ਇਸ ਕੋ ਤਰਾਸ ਵੀ ਲੋਕ ਵਿਸਾਲਾ। ਇਸ ਕਰਕੇ ਬਾਬਾ ਜੀ ਇਹਨਾਂ ਸਾਰੀਆਂ ਚੀਜ਼ਾਂ ਦਾ, ਸੰਸਾਰ ਦਾ ਭੈੜਾ ਰੂਪ ਵੇਖ ਕੇ ਅਸੀਂ ਡਰ ਕਰਕੇ ਆਣ ਛਪੇ ਕੋਸ਼ਠ ਇਸ ਕਾਲਾ। ਅਸੀਂ ਇਸ ਕੋਠੇ ਦੇ ਵਿੱਚ ਆਣ ਕਰਕੇ ਛੁਪ ਗਏ ਹਾਂ। ਸੁਣ ਬ੍ਰਿਧ ਨੇ ਪੁਨ ਬਾਕ ਬਖਾਨੇ। ਤੇ ਸਾਧ ਸੰਗਤ ਜੀ, ਗੁਰੂ ਅਮਰਦਾਸ ਜੀ ਪਾਤਸ਼ਾਹ ਜੀ, ਗੁਰੂ ਅੰਗਦ ਦੇਵ ਜੀ ਮਹਾਰਾਜ ਜੀਆਂ ਦੇ ਸਾਹਿਬਜ਼ਾਦੇ ਦਾ ਈਰਖਾ ਨੂੰ ਵੇਖ ਕੇ ਉਹਨਾਂ ਦਾ ਮੁਕਾਬਲਾ ਕਰਨਾ ਸਤਿਗੁਰਾਂ ਨੇ ਯੋਗ ਨਾ ਸਮਝਿਆ। ਵੀ ਪੁੱਤਰ ਤਾਂ ਗੁਰੂ ਅੰਗਦ ਦੇਵ ਮਹਾਰਾਜ ਦੇ ਹੀ ਹੈ, ਭਾਈ ਦਾਤੂ ਜੀ। ਇਸ ਕਰਕੇ ਮਹਾਰਾਜ ਜੀ ਸਾਰਾ ਸਮਾਜ ਸਭ ਕੁਝ ਛੱਡ ਕੇ, ਗੋਇੰਦਵਾਲ ਛੱਡ ਕੇ ਤੇ ਇਸ ਕੋਠੇ ਵਿੱਚ ਆ ਗਏ ਸਨ। ਬਾਬਾ ਬੁੱਢਾ ਸਾਹਿਬ ਜੀ ਜਦੋਂ ਇਹ ਸਾਰੇ ਵਾਕ ਮਹਾਰਾਜ ਦੇ ਮੁਖੋਂ ਸੁਣੇ ਤੇ ਬੋਲੇ ਆ, ਸਭ ਕਾਤਕ ਤੁਮਨੈ ਇਹ ਠਾਨੇ। ਕਹਿੰਦੇ ਆ ਗੁਰੂ ਅਮਰਦਾਸ ਜੀ, ਈਰਖਾ ਜਿਹੜੀ ਹੈ ਸੰਸਾਰ ਵਿੱਚ ਆਸਾ ਰੂਪੀ ਡੈਣ ਦਾ ਬੜਾ ਪ੍ਰਭਾਵ ਹੈ। ਮੋਹ ਫੌਜ ਲਈ ਫਿਰਦਾ ਹੈ ਤੇ ਸਤਿਗੁਣ ਦੀ ਹਾਨੀ ਹੋ ਰਹੀ ਹੈ। ਮਹਾਰਾਜ ਕਿੰਨੇ ਫਲਾਇਆ? ਜਿਹਨੂੰ ਬਣਾਉਣ ਵਾਲਾ ਕੌਣ ਹੈ? ਉਹ ਸਤਿਗੁਰੂ ਜੀ ਆਪ ਹੀ ਇਸ ਨੂੰ ਬਣਾਉਣ ਵਾਲੇ ਹੋ। ਆਪ ਤੁਸੀਂ ਪਰਮੇਸ਼ਰ ਹੋ। ਆਪਣੀ ਲੀਲਾ ਆਪ ਨਿਹਾਰਾ। ਤੇ ਮਹਾਰਾਜ ਆਪ ਦੀ ਲੀਲਾ ਹੀ ਆਪ ਬਣਾ ਕੇ ਤੇ ਬੈਠਾ ਵੇਖਿਆ ਵੱਖ ਅਕੇਲਾ।
ਤੇ ਆਪ ਹੀ ਮਹਾਰਾਜ ਵੇਖ ਰਹੇ ਹੋ। ਕਿਸੇ ਉਪਾਵਹ ਕਿਸੇ ਸੰਘਾਰਹ ਕਿਸੇ ਨੂੰ ਮਹਾਰਾਜ ਪੈਦਾ ਕਰ ਦਿੰਦੇ ਹੋ ਜਾਂ ਕੋਈ ਸ਼ੁਭ ਗੁਣਾਂ ਨੂੰ ਪੈਦਾ ਕਰਦੇ ਹੋ, ਕਿਤੇ ਸ਼ੁਭ ਗੁਣਾਂ ਨੂੰ ਸੰਘਾਰੋ ਨਾਸ਼ ਕਰ ਦਿੰਦੇ ਹੋ, ਕਿਤੇ ਆਪ ਜਿਹੜੇ ਵੈ ਉਹ ਔਗਣ ਆ ਉਹਨਾਂ ਨੂੰ ਪੈਦਾ ਕਰੀ ਜਾਂਦੇ ਹੋ, ਕਿਤੇ ਔਗਣਾਂ ਨੂੰ ਮਾਰੀ ਜਾਂਦੇ ਹੋ। ਸਭ ਜੀਵਨ ਕੇ ਜੀਵ ਵਿਸਾਲਾ ਬਾਕੀ ਜਿੰਨੇ ਹੀ ਸੰਸਾਰ ਦੇ ਜੀਵਾਂ ਦਾ ਜੀਵਨ ਹੈ ਬੜਾ ਵੱਡਾ, ਦੇਹੋ ਜੀਵ ਕਾ ਤੁਮ ਸਭ ਕਾਲਾ ਉਹਨਾਂ ਸਾਰਿਆਂ ਜੀਵਾਂ ਨੂੰ ਪੈਦਾ ਕਰਨ ਵਾਲੇ ਮਾਰਨ ਵਾਲੇ ਵੀ ਆਪ ਹੋ ਤੇ ਸਾਰਿਆਂ ਨੂੰ ਜੀਵਕਾ ਵੀ ਦੇਣ ਵਾਲੇ ਰੋਜੀ ਦੇਣ ਵਾਲੇ ਸਭ ਸਮੇਂ। ਸੰਗਤ ਵਿਆਕਲ ਆਪਣੀ ਜਾਨੋ ਤੇ ਜਾਣੋ ਮਹਾਰਾਜ ਜੀ ਤੁਹਾਡੀ ਸੰਗਤ ਬੜੀ ਦੁਖੀ ਹੋ ਰਹੀ ਹੈ ਦਰਸ਼ਨ ਦੇਹੋ ਕਸ਼ਟ ਕੋ ਹਾਨੋ ਤੇ ਕਸ਼ਟ ਮਹਾਰਾਜ ਇਹਨਾਂ ਦਾ ਦੂਰ ਕਰੋ ਤੇ ਸੰਗਤਾਂ ਨੂੰ ਦਰਸ਼ਨ ਬਖਸ਼ਿਸ਼ ਕਰੋ, ਤਰਹਿ ਕਾਮਨਾ ਪੂਰਨ ਕਰੀਐ ਕਿਉਂਕਿ ਸਿੱਖਾਂ ਨੇ ਜਿਹੜੀ ਤੁਹਾਡੇ ਦਰਸ਼ਨਾਂ ਦੀ ਇੱਛਾ ਕਾਮਨਾ ਕੀਤੀ ਹੈ, ਕਿਰਪਾ ਕਰੋ ਦਰਸ਼ਨ ਦੇ ਕੇ ਉਹ ਪੂਰੀ ਕਰ ਦੇਵੋ। ਬਿਰਦ ਕਿਰਪਾਲ ਸਦੀਵ ਵਿਚਰੀਐ ਤੇ ਮਹਾਰਾਜ ਆਪ ਦਾ ਜਿਹੜਾ ਬਿਰਦ ਆ ਨਾ ਕਿਰਪਾ ਦੇ ਘਰ ਹੋਣਾ, ਇਹ ਸਦਾ ਇਹਦੇ ਵਿੱਚ ਵਿਚਰਨਾ ਕਰੋ, ਇਹਦੇ ਵਿੱਚ ਵਰਤੋ ਜੀ। ਬਿਨਤੀ ਸੁਨ ਕੈ ਬਾਕ ਉਚਾਰਾ ਬਾਬਾ ਬੁੱਢਾ ਸਾਹਿਬ ਜੀ ਦੀ ਬੇਨਤੀ ਸੁਣੀ ਤੇ ਸਤਿਗੁਰੂ ਜੀ ਬੋਲੇ ਆ, ਉਠਹ ਆਪ ਅਬ ਖੋਲਹ ਦੁਆਰਾ ਤੇ ਇਉਂ ਨਾਲ ਹੀ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਬਾਬਾ ਬੁੱਢਾ ਸਾਹਿਬ ਜੀ ਨੂੰ ਮਹਾਰਾਜ ਕਹਿੰਦੇ ਬਾਬਾ ਜੀ ਚਲੋ ਫਿਰ ਉਠੋ ਤੇ ਤੁਸੀਂ ਆਪ ਹੀ ਦਰਵਾਜ਼ਾ ਖੋਲ ਦੇਵੋ, ਸੰਗਤ ਕੋ ਦਰਸਾਓ ਭਲੇਰੇ ਕਿਉਂਕਿ ਇਥੋਂ ਤੀਕਰ ਸੰਗਤਾਂ ਨੂੰ ਤੁਸੀਂ ਲੈ ਕੇ ਆਏ ਹੋ ਤੇ ਅੱਗੇ ਵੀ ਦਰਸ਼ਨ ਸੰਗਤਾਂ ਨੂੰ ਤੁਸੀਂ ਕਰਵਾ ਦੇਵੋ, ਇਹੋ ਉਪਕਾਰ ਹੋਏ ਸਭ ਤੇਰੇ ਕਿਉਂਕਿ ਸਾਰਾ ਪਰਉਪਕਾਰ ਤੁਹਾਡਾ ਹੀ ਹੈ। ਸੁਣ ਕੈ ਬ੍ਰਿਧ ਬਿਲੰਦ ਆਨੰਦਿਓ ਤੇ ਸੁਣ ਕੇ ਬਾਬਾ ਬੁੱਢਾ ਸਾਹਿਬ ਜੀ ਬੜੇ ਆਨੰਦ ਵਿੱਚ ਹੋਏ ਆ। ਤੂਰਨ ਉਠਿਓ ਗੁਰੂ ਪਦ ਬੰਦਿਓ ਤੇ ਗੁਰੂ ਪਾਤਸ਼ਾਹ ਮਹਾਰਾਜ ਦੇ ਚਰਨੀ ਮੱਥਾ ਟੇਕ ਕੇ ਬਾਬਾ ਬੁੱਢਾ ਸਾਹਿਬ ਜੀ ਉੱਠੇ ਹਨ। ਢਾਹੇ ਈਂਟ ਕਾ ਖੋਲਿਓ ਦੁਆਰਾ ਉਹ ਦਰਵਾਜ਼ਾ ਖੋਲ ਜਿਹੜੀਆਂ ਇੱਟਾਂ ਦੀ ਚਣਵਾਈ ਕੀਤੀ ਉਹ ਸਾਰੀ ਢੇੜ ਦਿੱਤੀ, ਪੁੱਟ ਦਿੱਤੀ ਤੇ ਦਰਵਾਜ਼ਾ ਖੋਲ ਦਿੱਤਾ। ਸਭ ਸੰਗਤ ਕੋ ਤਬਹਿ ਹਕਾਰਾ ਤੇ ਸਾਰੀ ਸੰਗਤ ਨੂੰ ਬੁਲਾਇਆ ਹੈ। ਦੇਖਤ ਹੋਤੀ ਸੁਨ ਬ੍ਰਿਧ ਕੀ ਆਗਿਆ ਤੇ ਸਾਰੀ ਸੰਗਤ ਨੇ ਜਦੋਂ ਬਾਬਾ ਬੁੱਢਾ ਸਾਹਿਬ ਜੀਆਂ ਦੀ ਆਗਿਆ ਜਿਹੜੀ ਵੈ ਸੁਣਦਿਆਂ ਸਾਰੀ ਮਹਾਰਾਜ ਬਾਬਾ ਬੁੱਢਾ ਸਾਹਿਬ ਦੀਆਂ ਆਖਿਆ ਨਾ ਆਓ ਸੰਗਤ ਜੀ ਦਰਸ਼ਨ ਕਰੋ। ਸੰਗਤਾਂ ਜਦ ਸੁਣਿਆ ਹੈ ਹਰਖਤ ਭਈ ਪ੍ਰੇਮ ਰਸ ਪਾਗਿਆ ਸਾਰੀ ਸੰਗਤ ਪ੍ਰੇਮ ਦੇ ਰਸ ਵਿੱਚ ਭਿੱਜੀ ਹੋਈ ਬੜੀ ਖੁਸ਼ ਹੋਈ ਹੈ। ਹੁਮ ਹੁਮਾਏ ਸੰਗਤ ਸਭ ਆਈ ਤੇ ਇੱਕ ਦੂਜੇ ਤੋਂ ਅੱਗੇ ਹੋ ਕੇ ਹੁਮ ਕੇ ਸੰਗਤਾਂ ਅੰਦਰ ਆ ਰਹੀਆਂ ਹਨ। ਭਈ ਪੀਰ ਤਹ ਥਾਉ ਨ ਪਾਈ ਤੇ ਕਹਿੰਦੇ ਤਿਲ ਸੁੱਟਣ ਨੂੰ ਜਗ੍ਹਾ ਨਾ ਰਹੀ, ਉਹ ਕੋਠੇ ਵਿੱਚ ਬੜੀ ਭੀੜ ਹੋ ਆਈ ਹੈ। ਪਦ ਪੰਕਜ ਪਰਸਹਿ ਕਰ ਬੰਦਹਿ ਸਾਰੀਆਂ ਸੰਗਤਾਂ ਮਹਾਰਾਜ ਦੇ ਚਰਨ ਪਰਸਦੀਆਂ ਤੇ ਮੱਥੇ ਟੇਕ ਰਹੀਆਂ ਹਨ। ਦਰਸਹਿ ਸਤਿਗੁਰ ਹਿਰਦੈ ਆਨੰਦ ਹੈ ਤੇ ਮਹਾਰਾਜ ਦੇ ਦਰਸ਼ਨ ਕਰ ਕਰਕੇ ਸਿੱਖਾਂ ਦੇ ਮਨ ਵਿੱਚ ਬੜਾ ਆਨੰਦ ਹੋ ਰਿਹਾ ਹੈ। ਤਰਹਿ ਉਪਾਇਨ ਪ੍ਰੇਮ ਵਿਧਾ ਬਧਾਵੈ ਪ੍ਰੇਮ ਵਧਾ ਕੇ ਮਹਾਰਾਜ ਦੇ ਚਰਨੀ ਬੜੀਆਂ ਪ੍ਰੇਮ ਭੇਟਾਵਾਂ ਸੰਗਤਾਂ ਰੱਖਦੀਆਂ ਹਨ। ਜੈ ਜੈਕਾਰ ਉਚਾਰ ਸੁਨਾਵਹਿ ਸਾਰੇ ਪਾਸੇ ਧੰਨ ਗੁਰੂ ਅਮਰਦਾਸ ਆਪ ਜੀ ਕੀ ਜੈ 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 ਜੈਕਾਰ ਹੋਵੇ। ਉਹ ਸੰਗਤਾਂ ਇਉਂ ਕਰ ਰਹੀਆਂ ਸੋਭਾ। ਸਭ ਸੰਗਤ ਬੈਠੀ ਹਰ ਖਾਏ ਸਾਰੀ ਸੰਗਤ ਖੁਸ਼ ਹੋ ਮਹਾਰਾਜ ਦੇ ਦਰਸ਼ਨ ਕਰ ਬੈਠ ਗਏ ਆ। ਭੇਟਨ ਕੇ ਅੰਬਾਰ ਲਗਾਏ ਤੇ ਜਿਹੜੀਆਂ ਭੇਟਾਂ ਇੰਨੀਆਂ ਕੁ ਕੀਤੀਆਂ ਕਹਿੰਦੇ ਢੇਰ ਲਾ ਦਿੱਤੇ ਭੇਟਾਵਾਂ ਸੰਗਤਾਂ ਕਰ ਕਰਕੇ ਮਹਾਰਾਜ ਦੇ ਚਰਨੇ। ਸਭਨ ਸੁਨਾਏ ਗੁਰੂ ਤਬ ਕਹਿਓ ਤੇ ਸਾਰੀ ਸੰਗਤ ਨੂੰ ਸੁਣਾ ਕਰਕੇ ਨਾ ਗੁਰੂ ਅਮਰਦਾਸ ਜੀਆਂ ਨੇ ਬੋਲਿਆ ਹੈ ਇਹੋ ਉਪਕਾਰ ਸੋ ਬੁੱਢੇ ਲਹਿਓ ਕਿ ਸਾਧ ਸੰਗਤ ਜੀ ਸੁਣੋ, ਜਿਹੜਾ ਇਹ ਤੁਹਾਨੂੰ ਦਰਸ਼ਨ ਕਰਾਉਣ ਦਾ ਪਰਉਪਕਾਰ ਹੈ ਨਾ, ਇਹ ਤਾਂ ਬਾਬਾ ਬੁੱਢਾ ਸਾਹਿਬ ਜੀਆਂ ਕੀਤਾ ਹੈ। ਖੇਦ ਵੱਡੋ ਨਿਜ ਤਨ ਪਰ ਲੀਨਾ ਵੀ ਆਪਦੇ ਸਰੀਰ ਨੂੰ ਬੜਾ ਕਸ਼ਟ ਦਿੱਤਾ। ਕਥੂ ਨੰਗਲ ਤੋਂ ਪਹਿਲਾਂ ਗੋਇੰਦਵਾਲ ਗਏ, ਫਿਰ ਇੱਥੇ ਆਏ ਵੈ ਪੈਦਲ ਤੁਹਾਡੇ ਸੰਗਤਾਂ ਨੂੰ ਦਰਸ਼ਨ ਕਰਵਾਉਣ ਖਾਤਰ, ਪਰਉਪਕਾਰ ਕਰਨ ਖਾਤਰ ਬਾਬਾ ਬੁੱਢਾ ਸਾਹਿਬ ਜੀਆਂ ਕਿੰਨਾ ਦੁੱਖ ਕਸ਼ਟ ਕੀਤਾ ਸਹਿਆ ਹੈ। ਨੀਕੋ ਹਿਤ ਸੰਗਤ ਕੋ ਕੀਨਾ ਇਹਨਾਂ ਨੇ ਸੰਗਤ ਦਾ ਬੜਾ ਪ੍ਰੇਮ ਕੀਤਾ ਹੈ, ਭਲਾ ਕੀਤਾ ਹੈ। ਇਸ ਕੋ ਪਾਰ ਦਇਓ ਦਰਸਾਵੈ ਤੇ ਇਹਨਾਂ ਨੇ ਜਿਹੜਾ ਹੈ ਨਾ ਉਹ ਪਾਰ ਦਇਓ ਦਰਸਾਵੈ। ਇਹ ਜਿਹੜੇ ਸੰਗਤ ਹਨ ਇਹਨਾਂ ਦਾ ਜਿਹੜਾ ਦਰਸ਼ਨ ਹੋਵੇਗਾ ਉਹ ਸਾਰਿਆਂ ਨੂੰ ਪਾਰ ਕਰ ਦੇਵੇਗਾ। ਜਾਂ ਇਸ ਦੇ ਦਿੱਤੇ ਪਾੜ ਜਿਹੜਾ ਨਾ ਜਿਹੜਾ ਇਹਨਾਂ ਨੇ ਆਸਨ ਲਾਇਆ ਹੈ ਕੰਧ ਦੇ ਤਾਈਂ, ਸੋ ਨਰ ਜਮ ਕੋ ਪਿਖਨ ਨ ਪਾਵੈ ਉਹ ਜਿਹੜਾ ਨਰ ਹੈ ਨਾ ਉਹ ਕਦੇ ਜਾਮ ਨੂੰ ਨਹੀਂ ਵੇਖੇਗਾ। ਜਿਹੜਾ ਵੀ ਇਹ ਸੰਨ ਵਿੱਚੋਂ ਲੰਘ ਜਾਵੇਗਾ ਉਹ ਕਦੇ ਵੀ ਜਾਮਾਂ ਦਾ ਰਸਤਾ ਨਹੀਂ ਉਹਨੂੰ ਵੇਖਣਾ ਪਵੇਗਾ।
ਉਹ ਸੰਨ ਸਾਹਿਬ ਦੇ ਪਾਵਨ ਸਥਾਨ ਦੇ ਖਾਲਸਾ ਜੀ ਉੱਤੇ ਇਹ ਕਵੀ ਸੰਤੋਖ ਸਿੰਘ ਜੀ ਦੇ ਇਹ ਦੋਹਰਾ ਜਿਹੜਾ ਹੈ ਲਿਖਿਆ ਹੋਇਆ ਹੈ। ਉੱਥੇ ਇਉਂ ਲਿਖਿਆ ਹੋਇਆ ਹੈ ਕਿ ਪਾਰ ਦਇਓ ਦਰਸਾਵੈ, ਇਸ ਕੋ ਪਾਰ ਦਇਓ ਦਰਸਾਵੈ, ਸੋ ਨਰ ਜਮ ਕੋ ਪਿਖ ਨਾ ਪਾਵੈ। ਉੱਥੇ ਇਹ ਦੋਹਰਾ ਖਾਲਸਾ ਜੀ ਲਿਖਿਆ ਹੋਇਆ ਸੰਨ ਸਾਹਿਬ ਦੇ ਪਾਵਨ ਸਥਾਨ ਦੇ ਉੱਪਰ। ਔਰ ਮਹਾਰਾਜ ਨੇ ਕਹਿੰਦੇ ਵਰਦਾਨ ਦਿੱਤਾ ਸੀ ਕਿ ਕੋਈ ਸਿੱਖ ਇਕਾਗਰ ਹੋ ਕੇ ਸ਼ਰਧਾ ਦੇ ਨਾਲ ਇੱਕ ਜਪਜੀ ਸਾਹਿਬ ਦਾ ਪਾਠ ਕਰਕੇ ਤੇ ਇਸ ਪਾਵਨ ਸੰਨ ਸਾਹਿਬ ਦੇ ਵਿੱਚੋਂ ਦੀ ਲੰਘ ਜਾਵੇ, ਇਸ ਪਾੜ ਵਿੱਚੋਂ ਦੀ, ਤੇ ਉਹਨੂੰ ਦੁਬਾਰਾ ਕਦੇ ਜਮ ਦਾ ਰਾਹ ਨਹੀਂ ਵੇਖਣਾ ਪਵੇਗਾ ਇੱਕ ਜਪਜੀ ਸਾਹਿਬ ਦਾ ਪਾਠ ਕਰਕੇ। ਤੋ ਇਹਦਾ ਮਹਾਤਮ ਇਹ ਹੈ ਖਾਲਸਾ ਜੀ। ਜਦੋਂ ਨਹੀਂ ਪਤਾ ਹੁੰਦਾ ਉਸ ਤਰ੍ਹਾਂ ਵੀ ਅਸੀਂ ਵੀ ਬਚਪਨ ਵਿੱਚ ਲੰਘਦੇ ਰਹੇ, ਪਰ ਜਿਵੇਂ ਪਤਾ ਲੱਗੇ ਉਹ ਜ਼ਰੂਰ ਜਿਹੜੀ ਹੈ ਗੱਲ ਅਮਲ ਵਿੱਚ ਲਿਆਈਏ। ਇਸ ਸੰਨ ਦੇ ਵਿੱਚੋਂ ਖਾਲਸਾ ਜੀ ਇੱਕ ਜਪਜੀ ਸਾਹਿਬ ਦਾ ਪਾਠ ਕਰਕੇ ਲੰਘਣ ਦੀ ਮਰਿਆਦਾ ਮੰਨੀ ਗਈ ਹੈ। ਜਪਜੀ ਸਾਹਿਬ ਦੀ ਪਾਵਨ ਇੱਕ ਜਾਪ ਕਰਕੇ ਜੋ ਮਹਾਰਾਜ ਕਹਿੰਦੇ ਸੰਨ ਸਾਹਿਬ ਦੇ ਵਿੱਚੋਂ ਇਸ ਪਾੜ ਵਿੱਚੋਂ ਲੰਘ ਜਾਵੇਗਾ ਉਹਨੂੰ ਮੁੜ ਕੇ ਜੰਮਣ ਮਰਨਾ ਨਹੀਂ। ਇਹ ਬਾਬਾ ਬੁੱਢਾ ਸਾਹਿਬ ਜੀ ਦੀ ਯਾਦ ਵਿੱਚ ਉਹ ਪਾਵਨ ਸੰਨ ਸਾਹਿਬ ਦਾ ਸਥਾਨ ਬਾਸਰ ਕੇ ਨਗਰ ਦੇ ਬਾਹਰ ਹੈ। ਉੱਥੇ ਉਹ ਪਾਵਨ ਸਥਾਨ ਤੇ ਸੰਨ ਸਾਹਿਬ ਜਿਹੜਾ ਇਹ ਜਗ੍ਹਾ ਪਾੜ ਦੀ ਉਸੇ ਤਰ੍ਹਾਂ ਹੀ ਹੁਣ ਤੀਕ ਮੌਜੂਦ ਹੈ। ਤੋ ਇਉਂ ਮਹਾਰਾਜ ਨੇ ਵਰਦਾਨ ਦਿੱਤਾ ਵੀ ਉਹਨੂੰ ਕਦੀ ਜਮ ਦਾ ਰਾਹ ਨਹੀਂ ਵੇਖਣਾ ਪਵੇਗਾ। ਇਹ ਸੰਗਤ ਕੋ ਬੋਹਿਥ ਭਾਰਾ, ਤੇ ਇਹ ਬਾਬਾ ਬੁੱਢਾ ਸਾਹਿਬ ਦੀ ਸੰਗਤ ਦੇ ਤਾਰਨ ਵਾਸਤੇ ਜਹਾਜ਼ ਹਨ ਬੜੇ ਵੱਡੇ। ਭਾਉ ਜਲ ਤੇ ਕਰ ਹੈ ਨਿਸਤਾਰਾ, ਇਹ ਸੰਸਾਰ ਸਾਗਰ ਤੋਂ ਪਾਰ ਕਰ ਦੇਣ ਵਾਲੇ ਵੱਡੇ ਜਹਾਜ਼ ਹਨ। ਸਿੱਖੀ ਅਵਧ ਨ ਇਸ ਤੇ ਪਰੈ, ਤੇ ਬਾਬਾ ਬੁੱਢਾ ਸਾਹਿਬ ਜੀ ਤੋਂ ਪਰੇ ਸਿੱਖੀ ਨਹੀਂ ਹੋ ਸਕਦੀ। ਸਿੱਖੀ ਦੀ ਹੱਦ ਹਨ ਬਾਬਾ ਬੁੱਢਾ ਸਾਹਿਬ ਜੀ ਤੋਂ ਵੱਡਾ ਕੋਈ ਸਿੱਖ ਨਹੀਂ ਹੋ ਸਕਦਾ ਹੈ। ਨਾਮ ਲਿਏ ਗਨ ਬਿਘਨ ਸੁਹਰੈ, ਇਹਨਾਂ ਦਾ ਨਾਮ ਕੋਈ ਲੈ ਲਵੇ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦਾ, ਤੇ ਉਹਦੇ ਬਿਘਨ ਵੀ ਨਾਸ਼ ਹੋ ਜਾਣਗੇ, ਕੋਈ ਬਿਘਨ ਨਹੀਂ ਰਹੇਗਾ ਜੀਵਨ ਵਿੱਚ। ਬ੍ਰਿਧ ਨੇ ਕਹਿਓ ਤਰੰਗਨ ਖਰੀ, ਤੇ ਇਉਂ ਜਿਵੇਂ ਬਿਧ ਬਾਬਾ ਬੁੱਢਾ ਸਾਹਿਬ ਜੀਆਂ ਨੇ ਜਿਹੜੀ ਇਹ ਤਰੰਗਨ ਖਰੀ, ਜਿਹੜੀ ਇਹ ਗਣ ਖਰੀ, ਇਹ ਸਾਰੀਆਂ ਜਿਹੜੀਆਂ ਤੁਰੰਗਣ ਘੋੜੀ ਹੈ ਜਿਹੜੀ ਇਹ ਬਾਬਾ ਬੁੱਢਾ ਸਾਹਿਬ ਜੀ ਨੇ ਕਹੀ ਹੈ। ਜਿਸਨੇ ਰਾਵਰ ਕੀ ਸੁਧ ਕਰੀ, ਬਾਬਾ ਬੁੱਢਾ ਸਾਹਿਬ ਜੀ ਬੋਲੇ ਵਾਹਿਗੁਰੂ। ਗੁਰੂ ਅਮਰਦਾਸ ਜੀ ਨੇ ਜਦੋਂ ਆਖਿਆ ਨਾ ਬਾਬਾ ਬੁੱਢਾ ਸਾਹਿਬ ਜੀ ਜਹਾਜ਼ ਹਨ ਸੰਗਤਾਂ ਨੂੰ ਤਾਰਨ ਵਾਸਤੇ, ਜਿਹੜਾ ਇਹਨਾਂ ਦਾ ਧਿਆਨ ਧਰੇ, ਇਹਨਾਂ ਦਾ ਨਾਮ ਲਵੇ, ਉਹਨੂੰ ਵਿਘਨ ਨਹੀਂ ਲੱਗੇਗਾ। ਬਾਬਾ ਬੁੱਢਾ ਸਾਹਿਬ ਜੀ ਖਾਲਸਾ ਦੀ ਨਿਮਰਤਾ ਵਿੱਚ ਹੱਥ ਜੋੜ ਕੇ ਕਹਿੰਦੇ ਗੁਰੂ ਅਮਰਦਾਸ ਜੀ ਮਹਾਰਾਜ ਅਸੀਂ ਕੌਣ ਹੁੰਨੇ ਆ, ਵੇਖੋ ਨਾ ਤੁਹਾਡੀ ਘੋੜੀ ਖੜੀ ਹੈ, ਸਾਰਾ ਰਾਹ ਤਾਂ ਇਹਨੇ ਦਿੱਤਾ, ਤੁਸੀਂ ਸਾਡੀ ਐਵੇਂ ਵਡਿਆਈ ਕਰੀ ਜਾਂਦੇ ਹੋ। ਮਹਾਰਾਜ ਜੀ ਸਾਰਾ ਰਸਤਾ ਤਾਂ ਤੁਹਾਡੀ ਇਸ ਘੋੜੀ ਨੇ ਸੁੰਦਰ ਨੇ ਦਿੱਤਾ ਹੈ। ਉਠਾ ਅਰੂੜਹਾ ਚੱਲਹਾ ਕਿਰਪਾਲਾ, ਤੇ ਚੱਲੋ ਕਿਰਪਾ ਦੇ ਘਰ ਸੱਚੇ ਪਾਤਸ਼ਾਹ ਜੀ ਉਠੋ ਹੁਣ ਤੇ ਗੋਇੰਦਵਾਲ ਸਾਹਿਬ ਦੇ ਨਗਰ ਨੂੰ ਭਾਗ ਲਾਓ। ਸਦਨ ਆਪਣੇ ਗੋਇੰਦਵਾਲਾ, ਜਿੱਥੇ ਤੁਹਾਡਾ ਸੋਹਣਾ ਘਰ ਹੈ ਚੁਬਾਰਾ ਸਾਹਿਬ ਗੋਇੰਦਵਾਲ ਅੰਦਰ। ਤਬ ਸ਼੍ਰੀ ਗੁਰ ਨਿਕਸੇ ਤਿਸ ਬਾਹਰ, ਇਉਂ ਬਾਬਾ ਬੁੱਢਾ ਸਾਹਿਬ ਜੀ ਦੀ ਬੇਨਤੀ ਮੰਨ ਗੁਰੂ ਅਮਰਦਾਸ ਜੀ ਬਾਹਰ ਨਿਕਲੇ ਆ। ਖਰੇ ਭਏ ਦਿਓ ਦਰਸ਼ਨ ਜਾਹਰ, ਬਾਹਰ ਹੋ ਕਰਕੇ ਸਾਰੀਆਂ ਸੰਗਤਾਂ ਨੂੰ ਖੁੱਲੇ ਦਰਸ਼ਨ ਬਖਸ਼ਿਸ਼ ਕੀਤੇ। ਆਏ ਤੁਰੰਗਨ ਸੀਸ ਨਿਵਾਵਾ, ਤੇ ਜਦੋਂ ਮਹਾਰਾਜ ਜੀ ਆਏ ਸਤਿਗੁਰੂ ਬਾਹਰ ਆਏ ਤੇ ਘੋੜੀ ਨੇ ਆ ਮਹਾਰਾਜ ਦੇ ਚਰਨੀ ਮੱਥਾ ਟੇਕਿਆ ਹੈ। ਫੁਰ ਕਾਬਤ ਹਿਰਦਾ ਹਰ ਖਾਵਾ, ਤੇ ਮਹਾਰਾਜ ਦੇ ਦਰਸ਼ਨ ਪਾ ਕਰਕੇ ਬੜੀ ਉਫੰਕਾਰੇ ਮਾਰਦੀ ਹੈ ਘੋੜੀ, ਤੇ ਦਰਸ਼ਨ ਪਾ ਕੇ ਖੁਸ਼ ਹੁੰਦੀ ਜ ਮਾਨੋ ਘੋੜੀ ਦਾ ਵੀ ਹਿਰਦਾ ਖੁਸ਼ ਹੋ ਗਿਆ ਮਹਾਰਾਜ ਦੇ ਦਰਸ਼ਨਾਂ ਕਾਰਨ। ਤਬ ਸ਼੍ਰੀ ਅਮਰ ਫੇਰ ਕਰ ਹਾਥ, ਤੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਘੋੜੀ ਦੇ ਸਿਰ ਉੱਪਰ ਹੱਥ ਫੇਰ ਚੜ੍ਹੇ ਸਿਮਰ ਸ਼੍ਰੀ ਨਾਨਕ ਨਾਥ। ਤੇ ਧੰਨ ਗੁਰੂ ਨਾਨਕ ਪਾਤਸ਼ਾਹ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਯਾਦ ਕਰ ਘੋੜੀ ਉੱਪਰ ਚੜ ਗਏ ਆ। ਸੁੰਦਰ ਗਤ ਬੜਵਾ ਤਬ ਚੱਲੈ, ਸੋਹਣੀ ਚਾਲ ਦੀ ਇਹ ਘੋੜੀ ਚੱਲੀ ਜਾ ਰਹੀ ਤੁਰੀ ਹੈ ਬਾਸਰ ਕੇ ਨਗਰ ਤੋਂ। ਸੰਗਤ ਚਲਤ ਸੰਗ ਸਭ ਮਿਲੈ, ਤੇ ਸਾਰੀ ਸੰਗਤ ਬਾਬਾ ਬੁੱਢਾ ਸਾਹਿਬ ਜੀ ਦੇ ਸਮੇਤ ਮਿਲ ਕੇ ਜਾ ਰਹੀ ਮਹਾਰਾਜ ਦੇ ਮਗਰ। ਭਾਈ ਬ੍ਰਿਧ ਰਕਾਬ ਤਬ ਗਹੀ, ਤੇ ਬਾਬਾ ਬੁੱਢਾ ਸਾਹਿਬ ਜੀਆਂ ਨੇ ਮਹਾਰਾਜ ਦੇ ਚਰਨ ਪਾਏ ਨਾ ਜਿਹੜੀਆਂ ਰਕਾਬਾਂ ਵਿੱਚ, ਉਹ ਰਕਾਬ ਨੂੰ ਹੱਥ ਪਾ ਲਿਆ ਹੈ। ਸਭ ਹਿਨ ਆਸ ਸ਼ੋਭਾ ਤਬ ਲਹੀ, ਤੇ ਘੋੜੀ ਚੱਲੀ ਜਾ ਰਹੀ ਤੇ ਬੜੀ ਸ਼ੋਭਾ ਹੋ ਰਹੀ ਹੈ, ਸੰਗਤਾਂ ਪਿੱਛੇ ਆ ਰਹੀਆਂ। ਆਨੰਦ ਉਦਦ ਕੀ ਉਠੈ ਤਰੰਗੈ, ਮਾਨੋ ਆਨੰਦ ਰੂਪੀ ਸਮੁੰਦਰ ਵਿੱਚ ਲਹਿਰਾਂ ਉੱਠ ਰਹੀਆਂ ਹਨ। ਇਮ ਸਭ ਜਾਤ ਚੱਲੇ ਗੁਰ ਸੰਗੈ, ਇਉਂ ਸਾਰੀਆਂ ਸੰਗਤਾਂ ਕਿਰਤਾਰ
ਕਰਤਾਰਥ ਹੋ। ਗੁਰੂ ਅਮਰਦਾਸ ਮਹਾਰਾਜ ਦੇ ਨਾਲ ਗੋਇੰਦਵਾਲ ਜਾ ਰਹੀਆਂ। ਚੱਲ ਆਏ ਇਮ ਗੋਇੰਦਵਾਲ। ਸਮਾਂ ਪਿਆ ਤੇ ਪੈਦਲ ਚੱਲਦੇ ਬਾਸਰ ਕੇ ਤੋਂ ਗੋਇੰਦਵਾਲ ਸਾਹਿਬ ਪਹੁੰਚ ਗਈਆਂ ਹਨ ਮਹਾਰਾਜ ਸਮੇਤ। ਸਭ ਨੇ ਉਤਸਵ ਕੀਨ ਵਿਸਾਲ। ਬੜਾ ਉਤਸ਼ਾਹ ਹੋਇਆ। ਕਹਿੰਦੇ ਸਾਧ ਸੰਗਤ ਜੀ ਦੀਵਾਲੀ ਦਾ ਦਿਨ ਸੀ ਉਹ ਜਿੱਦਣ ਗੁਰੂ ਅਮਰਦਾਸ ਜੀ ਮਹਾਰਾਜ ਗੋਇੰਦਵਾਲ ਫਿਰ ਵਾਪਸ ਆਏ ਹਨ। ਦੀਪਮਾਲ ਸਗਰੇ ਪੁਰ ਹੋਈ। ਤੇ ਸਾਰੇ ਗੋਇੰਦਵਾਲ ਸਾਹਿਬ ਦੇ ਵਿੱਚ ਬੜੀ ਸੋਹਣੀ ਦੀਪਮਾਲਾ ਹੋਈ ਹੈ। ਦਰਸ਼ਨ ਕਹ ਆਏ ਸਭ ਕੋਈ। ਤੇ ਸਾਰੀਆਂ ਸੰਗਤਾਂ ਬਾਬਾ ਬੁੱਢਾ ਸਾਹਿਬ ਜੀ ਮਹਾਰਾਜ ਨੂੰ ਲੈ ਕੇ ਆਏ ਆ ਤੇ ਸੰਗਤਾਂ ਸ਼ੁਕਰਾਨਾ ਕਰਦੀਆਂ ਮਹਾਰਾਜ ਦੇ ਦਰਸ਼ਨ ਕਰਨ ਆਈਆਂ ਹਨ। ਮਧੁਰ ਪ੍ਰਸਾਦ ਪਇਓ ਸਮੁਦਾਈ। ਬੜਾ ਸੋਹਣਾ ਮਿੱਠਾ ਪ੍ਰਸ਼ਾਦ ਬਹੁਤ ਭਾਰੀ ਮਾਤਰਾ ਵਿੱਚ ਤਿਆਰ ਹੋਇਆ ਹੈ। ਵਰਤਤ ਸੰਗਤ ਸਗਲ ਅਘਾਈ। ਤੇ ਦੇਗ ਸਾਰੀ ਸੰਗਤ ਵਿੱਚ ਰਜ ਰਜ ਕੇ ਵਰਤਾਈ ਗਈ, ਰਜ ਰਜ ਛਕੀ ਗਈ ਹੈ। ਫੁੱਲਣ ਮਾਲਾ ਆਨਤ ਕੇਈ। ਹੋਰ ਤਰ੍ਹਾਂ ਤਰ੍ਹਾਂ ਦੀਆਂ ਫੁੱਲਾਂ ਦੀਆਂ ਜੜੀਆਂ ਮਾਲਾ ਗੁੰਦੀਆਂ ਹਨ। ਦਰਸੈ ਕਿਤਕ ਆਣ ਫਲ ਤੇ ਤੇਈ। ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨੀ ਜਾਂ ਹੋਰ ਵੀ ਮਹਾਰਾਜ ਦੇ ਗਲ ਪਾਈਆਂ ਜਾਂਦੀਆਂ ਹਨ। ਤੇ ਕਿੰਨੇ ਕੁ ਜਿਹੜੀ ਵੈ ਸੰਗਤ ਹੈ ਉਹ ਆਣ ਕੇ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨੀ ਸੰਗਤਾਂ ਪੈ ਰਹੀਆਂ ਹਨ। ਬੇਅੰਤ ਸੰਗਤਾਂ ਔਰ ਸਿੱਖ ਜਿਹੜੇ ਉਹ ਚੱਲ ਚੱਲ ਕੇ ਆ ਰਹੇ ਵੈ ਮਹਾਰਾਜ ਨੂੰ ਫੁੱਲਾਂ ਦੀਆਂ ਮਾਲਾਂ ਪਹਿਨਾ ਰਹੇ ਹਨ। ਸਭ ਸੰਗਤ ਕੀ ਸੁਣ ਕਰ ਬਿਨਤੀ। ਸਾਰੀ ਸੰਗਤ ਦੀ ਬੇਨਤੀ ਸੁਣ ਕਰਕੇ ਗਾਦੀ ਪਰ ਬੈਠੇ ਤਜ ਗਿਣਤੀ। ਤੇ ਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਪਾਵਨ ਪਵਿੱਤਰ ਗੁਰਤਾ ਸਿੰਘਾਸਣ ਤੇ ਬਿਰਾਜਮਾਨ ਫਿਰ ਹੋ ਬੈਠੇ ਵੀ ਜਿਹੜਾ ਕੁਛ ਦਾਤੂ ਨੇ ਕਰ ਲਿਆ ਉਹਨੂੰ ਪੱਕਾ। ਇਹ ਮਹਾਰਾਜ ਸੱਚੇ ਪਾਤਸ਼ਾਹ ਸਾਰਾ ਕੁਝ ਛੱਡ ਛਡਾ ਕੇ ਤੇ ਗਰੀਬ ਨਵਾਜ ਵੈਰਾਗ ਦੀ ਮੂਰਤ ਫਿਰ ਪਾਵਨ ਸਿੰਘਾਸਣ ਤੇ ਸੱਜ ਬੈਠੇ ਹਨ। ਦੇਣ ਲੱਗੇ ਦਰਸ਼ਨ ਪੁਨ ਤੈਸੇ। ਜਿਵੇਂ ਪਹਿਲਾਂ ਮਹਾਰਾਜ ਜੀ ਦਰਸ਼ਨ ਦਿੰਦੇ ਸਨ ਉਸੇ ਤਰ੍ਹਾਂ ਫੇਰ ਸੰਗਤਾਂ ਆਉਂਦੀਆਂ ਦਰਸ਼ਨ ਕਰਦੀਆਂ ਚਰਨੀ ਭੇਟਾ ਰੱਖਦੀਆਂ ਬੇਨਤੀਆਂ ਕਰਦੀਆਂ ਤੇ ਕਾਮਨਾਵਾਂ ਪੂਰਨ ਕਰਵਾ ਲੈਂਦੀਆਂ। ਮਹਾਰਾਜ ਜੀ ਸਾਰੀਆਂ ਸੰਗਤਾਂ ਨੂੰ ਪਹਿਲਾਂ ਦੀ ਤਰ੍ਹਾਂ ਦਰਸ਼ਨ ਦੇ ਰਹੇ ਹਨ। ਸਿੱਖ ਸਰਬ ਪਰਿਵਾਰਤ ਬੈਸੇ। ਸਾਰੇ ਸਿੱਖ ਜਿਹੜੇ ਸਮੇਤ ਪਰਿਵਾਰਾਂ ਦੇ ਆਉਂਦੇ ਆ। ਜੇਤਕ ਸੰਗਤ ਹੋਤੀ ਵਿਦੇਸ਼। ਬਾਕੀ ਜਿਹੜੀ ਮਹਾਰਾਜ ਦੇ ਪਿੱਛੋਂ ਬਾਹਰੋਂ ਪਾਸੇ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਆ ਚੁੱਕੀ ਸੀ ਦਰਸ਼ਨ ਕਰ ਵਰ ਪਾਏ ਵਿਸ਼ੇਸ਼। ਉਹਨਾਂ ਨੇ ਵੀ ਮਹਾਰਾਜ ਦੇ ਦਰਸ਼ਨ ਕੀਤੇ ਤੇ ਬੜੇ ਵਿਸ਼ੇਸ਼ ਵਰਦਾਨ ਪ੍ਰਾਪਤ ਕੀਤੇ ਸਤਿਗੁਰਾਂ ਪਾਸੋਂ। ਰਹਿ ਕੇ ਤਕ ਦਿਨ ਗਈ ਆਵਾਸੂ। ਕੁਝ ਕੁ ਦਿਨ ਮਹਾਰਾਜ ਦੇ ਪਾਸ ਰਹਿ ਕਰਕੇ ਸੰਗਤਾਂ ਮੁੜ ਜਾਂਦੀਆਂ ਆਪਣੇ ਘਰੀ ਚਲੇ ਜਾਂਦੇ ਦੇਸ਼ਾਂ ਨੂੰ ਚਲੇ ਜਾਂਦੇ ਆ। 10 ਦੇਸ਼ ਕੀਰਤ ਕਰਤ ਪ੍ਰਕਾਸ਼ੂ। ਤੇ ਗੁਰੂ ਅਮਰਦਾਸ ਜੀ ਮਹਾਰਾਜ ਜੀਆਂ ਦੀ ਜਿਹੜੀ ਵਡਿਆਈ ਆ ਉਹ ਜਾਂਦੀ ਹੋਈ ਸੰਗਤ ਕਹਿੰਦੇ 10 ਦਿਸ਼ਾਵਾਂ ਵਿੱਚੋਂ ਸੰਗਤਾਂ ਆਉਂਦੀਆਂ ਤੇ ਮਹਾਰਾਜ ਦੀ ਵਡਿਆਈ 10 ਦਿਸ਼ਾਵਾਂ ਵਿੱਚ ਫੈਲ ਰਹੀ ਹੈ। ਸਭ ਸੰਗਤਾਂ ਮਹਾਰਾਜ ਦੀ ਵਡਿਆਈ ਕਰਦੀਆਂ ਜਾਂਦੀਆਂ ਕਹਿੰਦੇ ਆ ਕਿ ਨਹੀਂ ਕੋਈ ਹੋਰ ਹੈ ਸੱਚੇ ਪਾਤਸ਼ਾਹ ਜੀ ਵਰਗਾ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਮਹਿਮਾ ਤੋਹੇ ਬਨ ਆਵੇ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਵਰਗਾ ਕੋਈ ਗੁਰੂ ਨਹੀਂ। ਇਹਨਾਂ ਵਰਗੀ ਮਹਿਮਾ ਕਿਸੇ ਦੀ ਵੀ ਨਹੀਂ ਹੋ ਸਕਦੀ। ਜਿੰਨੀਆਂ ਇੱਛਾ ਨੂੰ ਇਹ ਫਲ ਲਾਉਂਦੇ ਤਤ ਛਿਣ ਹੀ ਹੋਰ ਨਹੀਂ ਕੋਈ ਇੰਨੇ ਸਮਰੱਥ। ਨਾ ਕੋ ਦੇਵੀ ਨਾ ਕੋ ਦੇਵਤਾ ਨਾ ਕੋ ਮੜੀ ਨਾ ਕੋ ਮਸਾਣੀ ਨਾ ਕੋਈ ਆ ਪੀਰ ਜਿਹੜੇ ਵੇ ਕੇਵਲ ਤੇ ਕੇਵਲ ਗੁਰੂ ਅਮਰਦਾਸ ਜੀ ਮਹਾਰਾਜ ਹਨ ਜਿਹੜੇ ਸਾਰਿਆਂ ਜੀਵਾਂ ਦੀ ਕਲਿਆਣ ਕਰਨ ਦੇ ਮੁਕਤੀ ਦੇ ਦਾਤੇ ਹਨ, ਆਨੰਦ ਦੇ ਬੱਦਲ ਹਨ, ਖੁਸ਼ੀਆਂ ਦਾ ਮੂਲ ਹਨ। ਇਉਂ ਸੰਗਤਾਂ ਸੋਭਾ ਕਰਦੀਆਂ ਹਨ ਗੁਰੂ ਅਮਰਦਾਸ ਮਹਾਰਾਜ ਦੀ ਤੇ ਘਰਾਂ ਨੂੰ ਜਾਂਦੀਆਂ। ਸਤਿਗੁਰਾਂ ਦੀ ਕੀਰਤੀ ਦੇ ਨਾਲ ਖਾਲਸਾ ਜੀ ਸਾਰਾ ਸੰਸਾਰ ਭਰਿਆ ਹੋਇਆ ਹੈ। ਇਹ ਪਾਵਨ ਪਵਿੱਤਰ ਪ੍ਰਸੰਗ ਸਭ ਸੰਗਤਾਂ ਦੇ ਹਿਰਦੇ ਵਿੱਚ ਵਸੇ। ਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਜੀ ਮਹਾਰਾਜ ਆਪ ਸਾਰੀਆਂ ਸੰਗਤਾਂ ਦੇ ਦਰ ਹਾਜ਼ਰੀ ਪ੍ਰਵਾਨ ਕਰਨ। ਜਥਾ ਪ੍ਰਸੰਗ ਭਾਈ ਪਾਰੋ ਜੁਲਕਾ ਜੀ ਦਾ ਅੱਗੇ ਮਹਾਰਾਜ ਜੀ ਉਹਨੂੰ ਕਿਵੇਂ ਉਪਦੇਸ਼ ਬਖਸ਼ਿਸ਼ ਕਰਦੇ ਕਰਤਾਰਥ ਕਰਦੇ ਹਨ ਅਤੇ ਭਾਈ ਲਾਲੂ ਜੀ ਨੂੰ ਮਹਾਰਾਜ ਜੀ ਜਿਵੇਂ ਬਖਸ਼ਿਸ਼ਾਂ ਕਰਦੇ ਉਹ ਸਾਰਾ ਪ੍ਰਸੰਗ ਅੱਗੇ ਆ ਰਿਹਾ ਹੈ। ਹਾਜ਼ਰੀਆਂ ਭਰ ਕਰਕੇ ਮਹਾਰਾਜ ਦੀ ਅੰਮ੍ਰਿਤ ਰੂਪ ਕਥਾ ਨੂੰ ਰਜ ਰਜ ਕੇ ਖਾਲਸਾ ਜੀ ਇਹ ਸਤਿਗੁਰਾਂ ਦੀ ਕਥਾ, ਸਤਿਗੁਰਾਂ ਦਾ ਇਤਿਹਾਸ, ਸਤਿਗੁਰਾਂ ਦਾ ਜੀਵਨ ਖਾਲਸਾ ਜੀ ਨਰੋਲ ਅੰਮ੍ਰਿਤ ਦੀਆਂ ਘੁੱਟਾਂ ਹਨ। ਕੋਈ ਪੀਵੇ ਫਿਰ ਖਾਲਸਾ ਜੀ ਜਮਨ ਮਰਨ ਨਹੀਂ। ਜਿਹਨੇ ਸਾਧ ਸੰਗਤ ਜੀ ਮਹਾਰਾਜ ਦੀ ਪਾਵਨ ਕਥਾ ਸੁਣੀ ਉਹਨੂੰ ਧਾਰਿਆ, ਜੀਵਨ ਵਿੱਚ ਢਾਲਿਆ ਹੈ, ਅਮਲ ਕੀਤਾ,
ਇਹ ਸਾਧ ਸੰਗਤ ਜੀ ਉਹਨੂੰ ਫੇਰ ਜਮਾਂ ਦਾ ਰਸਤਾ ਨਾ ਵੇਖਣਾ ਪਵੇ। ਉਹਨੂੰ ਨਾ ਖਾਲਸਾ ਜੀ ਕਦੇ ਦੁੱਖ ਲੱਗਾ। ਅੰਧੇ ਕੇ ਰਾਹੇ ਦੱਸਿਆ ਅੰਧਾ ਹੋਏ ਸੋ ਜਾਏ, ਹੋਏ ਸੋ ਜਾਖਾ ਨਾਨਕਾ ਸੋ ਕਿਆ ਉਜੜ ਪਾਏ। ਸੰਸਾਰ ਵਿੱਚ ਸਾਧ ਸੰਗਤ ਜੀ ਲੋਕ ਤਾਂ ਧੱਕੇ ਤੋੜੇ ਖਾਣ, ਜਿਨ੍ਹਾਂ ਪਾਸ ਗੁਰੂ ਅਮਰਦਾਸ ਜੀ ਮਹਾਰਾਜ ਵਰਗਾ ਗੁਰੂ ਨਹੀਂ। ਜਿਹਦੇ ਕੋਲ ਅੱਖਾਂ ਨਹੀਂ ਉਹ ਤਾਂ ਖਾਲਸਾ ਜੀ ਟੋਇਆਂ ਵਿੱਚ ਡਿੱਗਦਾ ਫਿਰੇ, ਅੱਖਾਂ ਵਾਲਾ ਵੀ ਡਿੱਗੇ। ਉਹ ਲੋਕ ਤਾਂ ਸਾਧ ਸੰਗਤ ਜੀ ਰੁਲਦੇ ਫਿਰਨ, ਜਿਨ੍ਹਾਂ ਪਾਸ ਐਸਾ ਗੁਰੂ ਨਹੀਂ। ਪਰ ਸਾਧ ਸੰਗਤ ਜੀ ਸਿੱਖ ਵੀ ਰੁਲਦਾ ਫਿਰੇ, ਜਿਹਦਾ ਇਹੋ ਜਿਹਾ ਗੁਰੂ ਹੋਵੇ। ਤੋ ਇਹ ਅੰਨੇ ਖਾਲਸਾ ਜੀ ਉਹ ਆ ਜਿਨ੍ਹਾਂ ਦੇ ਮਨ ਵਿੱਚ ਵਿਰਾਗ ਤੇ ਵਿਚਾਰ ਦੇ ਨੇਤਰ ਨਹੀਂ। ਹੁੰਦੀ ਅੱਖੀ ਅੰਨਾ ਹੋਏ। ਭਾਈ ਗੁਰਦਾਸ ਜੀ ਕਹਿੰਦੇ ਅੱਖਾਂ ਹਨ ਫੇਰ ਵੀ ਅੰਨਾ। ਸੁਜਾਖਾ ਕਿਹੜਾ ਖਾਲਸਾ ਜੀ? ਵਿਰਾਗ ਤੇ ਗਿਆਨ ਦੇ, ਜਿਨ੍ਹਾਂ ਦੇ ਨੇਤਰ ਹਨ। ਪਰ ਸੰਸਾਰ ਦੇ ਵਿੱਚ ਖਾਲਸਾ ਜੀ ਜੇ ਅੱਖਾਂ ਹੋਣ ਵੀ ਬੰਦੇ ਦੇ ਤੇ ਰਾਤ ਨੂੰ ਵੇਖ ਲੈਂਦਾ ਭਲਾ। ਕਦੇ ਨਾ ਦਿਸੇਗਾ ਜਿੰਨਾ ਸਮਾਂ ਸਾਧ ਸੰਗਤ ਜੀ ਕਦੇ ਚਾਨਣ ਨਾ ਟੱਕਰੇ, ਹੱਥ ਦੀਵਾ ਕੋਈ ਬੈਟਰੀ ਆਦਿਕ ਨਹੀਂ। ਤੇ ਕਲਯੁਗ ਰਾਤ ਹੀ ਹੈ। ਅੱਖਾਂ ਤਾਂ ਸਾਡੇ ਹਨ, ਦਿਸੇਗਾ ਨਹੀਂ, ਕਿਉਂਕਿ ਕੂੜ ਅਮਾਵਸ ਝੂਠ ਦੀ ਖਾਲਸਾ ਜੀ ਮੱਸਿਆ ਦੀ ਰਾਤ ਹੈ। ਰਾਤ ਨੂੰ ਕਿਹਨੂੰ ਦੀਦਾ? ਜਿਹਦੇ ਕੋਲ ਚਾਨਣ ਹੁੰਦਾ। ਸਾਡੇ ਕੋਲ ਚਾਨਣ ਕਿਹੜਾ? ਗੁਰਬਾਣੀ ਇਸ ਜਗ ਮਹਿ ਚਾਨਣ, ਕਰਮ ਵਸੈ ਮਨ ਆਏ। ਮਹਾਰਾਜ ਦੀ ਗੁਰਬਾਣੀ ਖਾਲਸਾ ਜੀ ਇਸ ਸੰਸਾਰ ਤੇ ਚਾਨਣ ਹੈ। ਉਹ ਗੱਲ ਵੱਖਰੀ ਹੈ ਕਿ ਕੋਈ ਇਹ ਚਾਨਣ ਨੂੰ ਅਪਣਾਉਣ ਤੋਂ ਇਨਕਾਰੀ ਹੋਵੇ, ਸਿੱਖਾਂ ਦੇ ਘਰ ਜਨਮ ਲੈ ਕੇ। ਪਰ ਸਾਧ ਸੰਗਤ ਜੀ ਜਿਨ੍ਹਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਮੰਨੀ ਹੈ, ਗੁਰਮਤਿ ਧਾਰਨ ਕੀਤੀ, ਉਹਨਾਂ ਨੂੰ ਸਾਧ ਸੰਗਤ ਜੀ ਸੰਸਾਰ ਦੇ ਸੁੱਖ ਤਾਂ ਮਹਾਰਾਜ ਨੇ ਦਿੱਤੇ ਹੀ ਹੈ, ਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀਆਂ ਪਰਲੋਕ ਦੇ ਵੀ ਰਾਜੇ ਸਿੱਖਾਂ ਨੂੰ ਬਣਾਇਆ ਹੈ। ਇਸ ਕਰਕੇ ਮਹਾਰਾਜ ਦੀ ਪਾਵਨ ਪਵਿੱਤਰ ਕਥਾ ਖਾਲਸਾ ਜੀ ਨਰੋਲ ਅੰਮ੍ਰਿਤ ਦੀਆਂ ਘੁੱਟਾਂ ਹਨ, ਤੇ ਪੀਤੀ ਸਾਧ ਸੰਗਤ ਜੀ ਕੰਨਾਂ ਰਾਹੀਂ, ਕੰਨਾਂ ਦੇ ਡੋਨਿਆਂ ਰਾਹੀਂ ਜਾਂਦੀ ਹੈ। ਤੇ ਜਿਹਦੇ ਖਾਲਸਾ ਦੀ ਅੰਤःਕਰਨ ਰੂਪੀ ਪੇਟ ਵਿੱਚ ਜਾਂਦਾ ਹੈ, ਜਿਵੇਂ ਖਾਲਸਾ ਜੀ ਅੰਮ੍ਰਿਤ ਛਕਣ ਦੇ ਨਾਲ, ਅੰਮ੍ਰਿਤ ਕੀ ਹੈ? ਮ੍ਰਿਤਿੂ ਤੋਂ ਰਹਿਤ ਕਰ ਦੇਣ ਵਾਲਾ। ਅੰਮ੍ਰਿਤ ਛਕਿਆਂ ਜੇ ਜਨਮ ਮਰਨ ਨਹੀਂ। ਮਹਾਰਾਜ ਦੀ ਖਾਲਸਾ ਜੀ ਕਥਾ ਵੀ ਅੰਮ੍ਰਿਤ ਹੈ, ਜਿਹਦੀ ਅੰਤःਕਰਨ ਰੂਪੀ ਪੇਟ ਵਿੱਚ ਜਾਂਦਾ ਹੈ, ਫਿਰ ਖਾਲਸਾ ਜੀ ਕਈ ਰੋਗਾਂ ਦਾ ਨਾਸ਼ ਕਰਦਾ ਹੈ। ਸੰਸਾਰ ਰੋਗੀ ਨਾਮ ਦਾਰੂ, ਮੈਲ ਲਾਗੈ ਸੱਚ ਬਿਨਾ। ਇਹ ਗੁਰੂ ਗਰੀਬ ਨਿਵਾਜ ਦੀ ਪਾਵਨ ਪਵਿੱਤਰ ਨਾਮ, ਪਾਵਨ ਪਵਿੱਤਰ ਬਾਣੀ ਐਸਾ ਅੰਮ੍ਰਿਤ ਹੈ ਜਿਹੜਾ ਜਨਮਾਂ ਜਨਮਾਂਤਰਾਂ ਦੀ ਮੈਲ ਧੋਣ ਦੀ ਸਮਰੱਥਾ ਰੱਖਦਾ ਹੈ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦਰ ਹਾਜ਼ਰੇ ਪ੍ਰਵਾਨ ਕਰਨ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਜੇਤਿਕ ਸੰਗਤ ਹੋਤੀ ਵਿਦੇਸ਼, ਕਰ ਦਰਸ਼ਨ ਕਾ ਬਾਰ ਪਾਏ ਵਿਸ਼ੇਸ਼। ਰਹਿ ਕੇ ਤਿਕ ਦਿਨ ਗਈ ਆਵਾਸੂ, ਦਾਸ ਦਿਸ਼ ਕੀਰਤ ਕਰਤ ਪ੍ਰਕਾਸ਼ੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੈ ਅਚੁੱਤ ਹੈ ਪਾਰ ਬ੍ਰਹਮ ਅਬਿਨਾਸੀ ਅਘਨਾਸ। ਹੇ ਪੂਰਨ ਹੈ ਸਰਬ ਮੈਂ, ਦੁਖ ਭੰਜਨ ਗੁਣ ਤਾਸ। ਹੇ ਸੰਗੀ ਹੈ ਨਿਰੰਗ
ਨਿਰੰਕਾਰ ਹੇ ਹੈ ਨਿਰਗੁਣ ਸਭ ਟੇਕ ਹੇ ਗੋਬਿੰਦ ਹੈ ਗੁਣ ਨਿਧਾਨ ਜਾ ਜਾ ਕੈ ਕੈ ਸਦਾ ਵਿਵੇਕ ਹੇ ਅਪਰੰਪਰ ਹਰ ਹਰੇ ਹਹਿ ਪੀ ਹੋਵਨ ਹਾਰ ਹੇ ਸੰਤਹਿਕ ਸਦਾ ਸੰਗ ਨਿਧਾਰਾ ਨਿਧਾਰਾ ਆਧਾਰ ਹੇ ਠਾਕੁਰ ਹਉ ਦਾਸੁਰੋ ਮੈਂ ਨਿਰਗੁਣ ਗੁਣ ਨਹੀਂ ਕੋ ਨਾਨਕ ਦੀਜੈ ਨਾਮ ਦਾਨ ਰਾਖਾ ਰਾਖਾ ਹਿਐ ਪਰੋਇ ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਇਆਲ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਕਥਾ ਨਿਤਾ ਪ੍ਰਤ ਹੋਤ ਹੈ ਸੁਣਾ ਸੋ ਸਿੰਘ ਸੁਜਾਨ ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰਹਿ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾਰ ਜੋ ਸ਼ਰਧਾ ਕਰ ਸੇਵੰਦੇ ਵਾਹਿਗੁਰੂ ਭਾਰ ਉਤਾਰਨ ਹਾਰ ਜੋ ਸ਼ਰਧਾ ਕਰ ਸੇਵੰਦੇ ਵਾਹਿਗੁਰੂ ਭਾਰ ਉਤਾਰਨ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।